ਵਾਹਿਗੁਰੂ 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 ਵਾਹਿਗੁਰੂ। ਮਨ ਰੇ ਪ੍ਰਭ ਕੀ ਸ਼ਰਨ ਵਿਚਾਰੋ, ਜੇ ਸਿਮਰਤ ਗਣ ਕਾਸੀ ਉਦਰੀ, ਤਾਕੋ ਜਸ ਉਰ ਥਾਰੋ। ਸੂਆ ਪੜਾਵਤ ਗਣ ਕਾ ਤਰੀ, ਸੋ ਹਰ ਨੈਨੋ ਕੀ ਪੁੱਤਰੀ। ਸਿਆਲ ਦੇ ਦਿਨ ਸਨ, ਕਈ ਦਿਨ ਹੋ ਗਏ ਭਾਰੀ ਮੀਂਹ ਤੇ ਹਵਾ ਵਗ ਰਹੀ ਹੈ। ਇਸ ਠੱਕੇ ਮੀਂਹ ਨਾਲ ਠੰਡ ਬਹੁਤ ਜ਼ਿਆਦਾ ਹੋ ਗਈ। ਗ੍ਰਿਸ਼ਤੀ ਆਪਣੇ ਬਾਲ ਬੱਚਿਆਂ ਨੂੰ ਆਪਣੀਆਂ ਗੋਦਾਂ 'ਚ ਸੰਭਾਲੀ ਬੈਠੇ ਨੇ। ਗਰੀਬਾਂ ਦੀਆਂ ਬਾਹਾਂ ਹਿੱਕਾਂ ਚੜੀਆਂ ਸੀ। ਅਮੀਰ ਲੋਕ ਅੱਗ ਤੇ ਸ਼ਰਾਬ ਨਾਲ ਨਿੱਘ ਹਾਸਲ ਕਰ ਰਹੇ ਨੇ, ਪਰ ਪੰਛੀਆਂ, ਦਰਵੇਸ਼ਾਂ, ਸਾਧੂ ਫਕਰਾਂ ਤੇ ਮਿਹਨਤੀ ਲੋਕਾਂ ਦਾ ਬਹੁਤ ਬੁਰਾ ਹਾਲ ਸੀ। ਪਰਮਾਤਮਾ ਦੇ ਆਸਰੇ ਠਰੂ ਠਰੂ ਕਰਦੇ ਤੁਰਦੇ ਫਿਰਦੇ ਨੇ। ਸ਼ਹਿਰ ਤੋਂ ਬਾਹਰ ਇੱਕ ਸੰਤ ਜੀਵਨ ਪ੍ਰਕਾਸ਼ ਜੀ ਕੱਖਾਂ ਦੀ ਕੁੱਲੀ ਵਿੱਚ ਰਹਿੰਦੇ ਨੇ। ਬਾਰਿਸ਼ ਇੰਨੀ ਹੋਈ ਕਿ ਝੁੱਗੀ ਸੰਤ ਜੀ ਨੂੰ ਭਿੱਜਣੋਂ ਨਹੀਂ ਬਚਾ ਸਕੀ। ਝੁੱਗੀ ਦੇ ਅੰਦਰ ਪਾਣੀ ਚੜ ਗਿਆ। ਸੰਤ ਜੀ ਕੋਲ ਕੋਈ ਸਮਾਨ ਤੇ ਨਹੀਂ ਸੀ, ਸਵਾਏ ਪਰਮਾਤਮਾ ਦੇ ਨਾਮ ਤੋਂ ਜਾਂ ਇੱਕ ਗੰਗਾ ਰਾਮ ਤੋਤਾ ਸੀ, ਜਿਹੜਾ ਸੰਤ ਜੀ ਆਪਣੀ ਜਾਨ ਨਾਲੋਂ ਵੀ ਵੱਧ ਪਿਆਰਾ ਰੱਖਦੇ ਸੀ। ਮੀਂਹ ਦਾ ਪਾਣੀ ਅੰਦਰ ਹੈ। ਸੰਤ ਜੀ ਤੇ ਗੰਗਾ ਰਾਮ ਠਰੂ ਠਰੂ ਕਰਦੇ ਨੇ। ਆਖਣ ਲੱਗੇ, ਚੱਲ ਗੰਗਾ ਰਾਮ, ਸਾਨੂੰ ਇਹ ਅਸਥਾਨ ਛੱਡਣਾ ਪੈਣਾ ਹੈ। ਝੁੱਗੀ ਮੀਂਹ ਨਾਲ ਭਿੱਜ ਚੁੱਕੀ ਹੈ, ਅੰਦਰ ਪਾਣੀ ਪਾਣੀ ਹੋ ਗਿਆ ਹੈ। ਚੱਲ ਕਿਤੇ ਜਾ ਕੇ ਆਪਣੇ ਰਹਿਣ ਵਾਸਤੇ ਆਸਰਾ ਲੱਭੀਏ। ਤੋਤੇ ਦੇ ਪਿੰਜਰੇ ਨੂੰ ਹੱਥ ਵਿੱਚ ਫੜੀ ਸਾਧੂ ਸ਼ਹਿਰ ਨੂੰ ਤੁਰ ਆਏ। ਮੌਲੇ ਤਹਾਰ ਬਾਰਿਸ਼ ਹੋ ਰਹੀ ਹੈ। ਕੰਬਦਾ ਸੁੰਗੜਦਾ ਹੋਇਆ ਸੰਤ ਉਸ ਬਾਜ਼ਾਰ ਵਿੱਚ ਪੁੱਜਾ ਜਿਸ ਨੂੰ ਸ਼ਹਿਰ ਵਾਲੇ ਪਾਪ ਬਾਜ਼ਾਰ ਆਖਦੇ ਨੇ। ਉਸ ਬਾਜ਼ਾਰ ਦੇ ਵਸਨੀਕਾਂ ਵਾਸਤੇ ਕੁਦਰਤੀ ਸੰਤ ਇਸ ਮੌਜ ਮੇਲੇ ਦਾ ਸਾਧਨ ਸੀ, ਕਿਉਂਕਿ ਉਹਨਾਂ ਸੜਦੇ ਹਿਰਦਿਆਂ ਵਾਸਤੇ ਠੰਡ ਇੱਕ ਚੰਗਾ ਇਲਾਜ ਸੀ। ਇਸ ਪਾਪ ਦੇ ਬਾਜ਼ਾਰ ਵਿੱਚ ਇੱਕ ਗਣਕਾ ਹੈ ਜਿਹਨੂੰ ਲੋਕ ਵੇਸਵਾ ਹੈ, ਪਰ ਇਹਦਾ ਨਾਮ ਚੰਦਰਮਣੀ ਹੈ। ਸਬੱਬ ਬਣਿਆ ਕਿ ਸੰਤ ਜੀਵਨ ਪ੍ਰਕਾਸ਼ ਉਹਦੀਆਂ ਬੈਠਕ ਦੀਆਂ ਪੌੜੀਆਂ ਵਿੱਚ ਬੈਠ ਗਏ। ਇਸ ਘਰ ਜਾਂ ਬਾਜ਼ਾਰ ਵਿੱਚ ਕਿਸ ਤਰ੍ਹਾਂ ਦੇ ਪੁਰਖ ਆਉਂਦੇ ਨੇ ਅਤੇ ਕੀ ਪਾਪ ਕਰਨੇ ਆਉਂਦੇ ਨੇ, ਪਰ ਸੰਤ ਮਹਾਪੁਰਸ਼ ਜੀ ਠੰਡ ਤੋਂ ਬਚਣ ਵਾਸਤੇ ਇਸ ਚੰਦਰਮਣੀ ਗਣਕਾ ਦੀਆਂ ਪੌੜੀਆਂ 'ਚ ਬੈਠੇ ਹੋਏ ਨੇ। ਸੰਤ ਜੀ ਤੇ ਗੰਗਾ ਰਾਮ ਨਿਰੇ ਭਿੱਜੇ ਹੋਏ ਨਹੀਂ ਸੀ, ਸੋ ਉਹ ਢਿੱਡ ਕਰਕੇ ਵੀ ਭੁੱਖੇ ਸੀ। ਈਸ਼ਵਰ ਨੇ ਐਸਾ ਢੋ ਨਹੀਂ ਸੀ ਬਣਾਇਆ ਕਿ ਉਹ ਭੋਜਨ ਕਰ ਸਕਣ। ਕਈ ਦਿਨ ਹੋ ਗਏ ਨੇ, ਮੀਂਹ ਦੇ ਕਾਰਨ ਸੰਤ ਜੀ ਵੀ ਭੁੱਖੇ ਨੇ ਤੇ ਗੰਗਾ ਰਾਮ ਤੋਤਾ ਵੀ ਭੁੱਖਾ ਹੈ। ਉਹਨਾਂ ਨੂੰ ਪਰਮਾਤਮਾ ਤੇ ਭਰੋਸਾ ਸੀ। ਭਰੋਸੇ ਆਸਰੇ ਹੀ ਜਗਤ ਵਿੱਚ ਵਿਚਰ ਰਹੇ ਸੀ। ਇਹ ਉਸ ਵੇਸਵਾ ਦੀਆਂ ਪੌੜੀਆਂ ਵਿੱਚ ਬੈਠੇ ਨੇ ਕਿ ਜਿਹਦੇ ਕੋਲ ਜਵਾਨੀ ਤੇ ਸੁੰਦਰਤਾ ਹੈ। ਆਪਣਾ ਤਨ ਵੇਚਦਿਆਂ ਉਸ ਨੂੰ 12 ਸਾਲ ਬੀਤ ਗਏ। ਉਹਨਾਂ 12 ਸਾਲਾਂ ਵਿੱਚ ਸੈਂਕੜੇ ਉਹਦੇ ਪ੍ਰੇਮੀ ਆਏ ਤੇ ਚਲੇ ਗਏ। ਪਾਪ ਕਰਦੀ ਹੋਈ ਉਹ ਪਾਪ ਰੂਹ ਬਣ ਚੁੱਕੀ ਸੀ। ਲੋਕ ਉਹਨੂੰ ਵੇਸਵਾ ਆਖਦੇ ਸੀ, ਕਦੀ ਚੰਦਰਮਣੀ ਨਹੀਂ ਸੀ ਕਿਹਾ। ਸ਼ਰਮ ਤੇ ਸੰਗ ਉਸ ਵਾਸਤੇ ਇੱਕ ਖਿਡੌਣਾ ਸੀ। ਜੋ ਧਨ ਕਮਾਉਂਦੀ ਉਹ ਖੁਰਾਕ, ਲਿਬਾਸ ਤੇ ਸ਼ਰਾਬ ਵਿੱਚ ਖਰਾਬ ਹੋ ਜਾਂਦਾ। ਬਸ ਖਾਣ ਪੀਣ ਭੋਗ ਕਰਨ ਤੇ ਮਰਦਾਂ ਨਾਲ ਲਾਡ ਪਿਆਰ ਵਿੱਚ ਦਿਨ ਦੇ 24 ਘੰਟੇ ਇਹਦੇ ਬੀਤ ਜਾਂਦੇ। ਨੇਕੀ ਤੇ ਧਰਮ ਵਾਸਤੇ ਉਸ ਕੋਲ ਇੱਕ ਪਲ ਦਾ ਵੀ ਸਮਾਂ ਨਹੀਂ ਸੀ। 27 ਸਾਲ ਦੀ ਉਮਰ ਵਿੱਚ ਉਸ ਨੇ ਇੱਕ ਦਿਨ ਵੀ ਨਾ ਸੋਚਿਆ ਕਿ ਜੋ ਉਹ ਕਰਮ ਕਰ ਰਹੀ ਹੈ ਉਹ ਮਾੜਾ ਹੈ ਕਿ ਚੰਗਾ ਹੈ। ਪਾਪ ਕਰਦਾ ਪੁਰਸ਼ ਪਾਪ ਨੂੰ ਪਾਪ ਨਹੀਂ ਸਮਝਦਾ।
ਉਹ ਜੀਵਨ ਸਵਾਦ ਵਿੱਚ ਰੁੱਝ ਜਾਂਦਾ ਹੈ। ਜਿਵੇਂ ਮਾਸ ਦੇ ਲਾਲਚ ਦੇ ਸਵਾਦ ਦੇ ਭੁੱਸ ਬਦਲੇ ਕੁੱਤਾ ਹੱਡੀਆਂ ਨੂੰ ਚੱਬੀ ਜਾਂਦਾ ਹੈ, ਤਿਵੇਂ ਪਾਪੀ ਪੁਰਸ਼ ਪਾਪ ਵੱਲ ਵੱਧਦਾ ਜਾਂਦਾ ਹੈ, ਭਾਵੇਂ ਉਹਦੇ ਜੀਵਨ ਦਾ ਖਾਤਮਾ ਕਿਉਂ ਨਾ ਹੋ ਜਾਵੇ। ਇਹ ਗੱਲ ਚੰਦਰਮਣੀ ਗਣਕਾ ਦੀ ਸੀ। ਵਾਸ਼ਨਾ ਦੇ ਅਧੀਨ ਹੋ ਕੇ ਉਹ ਆਪਣੀ ਸੁੰਦਰਤਾ ਤੇ ਜਵਾਨੀ ਨੂੰ ਭੰਗ ਦੇ ਪਹਾੜੇ ਗਵਾਈ ਜਾਂਦੀ ਸੀ। ਸੰਤ ਜੀਵਨ ਪ੍ਰਕਾਸ਼ ਜੀ ਤੇ ਪੰਛੀ ਤੋਤੇ ਨੂੰ ਪਾਲੇ ਮਰਦਿਆਂ ਹੋਇਆ ਚੰਦਰਮਣੀ ਨੇ ਚਬਾਰੇ ਤੋਂ ਦੇਖ ਲਿਆ। ਕਿੰਨਾ ਚਿਰ ਸੰਤ ਵੱਲ ਵੇਖਦੀ ਰਹੀ, ਦੇਖਣ ਪਿੱਛੋਂ ਪਿੱਛੇ ਨਾ ਮੁੜ ਸਕੀ। ਅੱਗੇ ਹੋ ਕੇ ਪੌੜੀਆਂ ਉਤਰ ਕੇ ਸੰਤ ਜੀ ਨੂੰ ਆਖਿਆ, ਮਹਾਰਾਜ ਜੀ ਉੱਪਰ ਚੱਲੋ, ਇੱਥੇ ਬੈਠੇ ਆਪ ਠੰਡ ਨਾਲ ਕਸ਼ਟ ਉਠਾ ਰਹੇ ਹੋ, ਉੱਪਰ ਚੱਲੋ, ਮੈਂ ਆਪ ਜੀ ਨੂੰ ਨਿੱਘਦੇ ਆ। ਸੰਤ ਜੀ ਉੱਠੇ, ਆਪਣੇ ਪੰਛੀ ਤੋਤੇ ਦਾ ਪਿੰਜਰਾ ਚੁੱਕ ਕੇ ਉੱਪਰ ਲੈ ਗਏ। ਚੰਦਰਮਣੀ ਦਾ ਘਰ, ਰਹਿਣੀ ਬਹਿਣੀ ਦੇ ਹਾਵ ਭਾਵ ਨੂੰ ਦੇਖ ਕੇ ਸੰਤ ਜੀ ਸਮਝ ਗਏ ਕਿ ਉਹ ਕਿਸ ਤਰ੍ਹਾਂ ਦੀ ਇਸਤਰੀ ਦੇ ਘਰ ਆਏ ਹੋਏ ਨੇ। ਪਰ ਜੋ ਸੱਚੇ ਸੰਤ ਨੇ ਉਹ ਪਾਪ ਬਾਜ਼ਾਰ ਫਿਰਦੇ ਹੋਏ ਪਾਪਾਂ ਵਿੱਚ ਨਹੀਂ ਭਿੱਜਦੇ। ਜਿਵੇਂ ਪਾਣੀ ਵਿੱਚ ਪੈਦਾ ਹੋਇਆ ਕਮਲ ਪਾਣੀ ਤੋਂ ਉੱਪਰ ਰਹਿੰਦਾ ਹੈ, ਉਧਰ ਤਪ ਕਰਕੇ ਸੰਤ ਜੀਵਨ ਪ੍ਰਕਾਸ਼ ਜੀ ਨੇ ਇੰਦਰੀਆਂ ਉੱਤੇ ਕਾਬੂ ਪਾਇਆ ਹੋਇਆ ਸੀ। ਉਹ ਇੰਦਰੀਆਂ ਦੇ ਅਧੀਨ ਨਹੀਂ ਸੀ, ਇੰਦਰੇ ਉਹਦੀ ਆਤਮਾ ਦੇ ਅਧੀਨ ਸਨ। ਚੰਦਰਮਣੀ ਨੇ ਸੰਤਾਂ ਦੇ ਬਸਤਰ ਉਤਰਵਾਏ, ਨਵੇਂ ਬਸਤਰ ਦਿੱਤੇ, ਅੱਗ ਬਾਲ ਕੇ ਸੇਕਣ ਵਾਸਤੇ ਆਖਿਆ ਤੇ ਰੱਜ ਕੇ ਭੋਜਨ ਛਕਾਇਆ। ਸੰਤ ਜੀ ਪ੍ਰਸੰਨ ਹੋ ਗਏ। ਉਹਨਾਂ ਦਾ ਪੰਛੀ ਗੰਗਾ ਰਾਮ ਖੁਸ਼ ਹੋ ਗਿਆ। ਬਾਰਿਸ਼ ਥੰਮੀ, ਚੰਗਾ ਫਰਕਾ ਲੱਗਾ। ਫਰਕੇ ਵੱਲ ਦੇਖ ਕੇ ਸੰਤ ਜੀ ਨੇ ਆਖਿਆ, ਪੁੱਤਰ ਅਸੀਂ ਹੁਣ ਜਾਂਦੇ ਹਾਂ, ਭਗਵਾਨ ਤੈਨੂੰ ਸਮਤ ਬਖਸ਼ੇ, ਸੁਖੀ ਹੋਵੇਂ। ਹੁਣ ਚੰਦਰਮਣੀ ਦਾ ਕੰਮ ਸੀ ਮਰਦਾਂ ਨੂੰ ਮੋਹ ਕੇ ਉਹਨਾਂ ਕੋਲੋਂ ਮਾਇਆ ਲੁੱਟਣਾ, ਪਰ ਉਹ ਅੱਜ ਆਪ ਲੁੱਟੀ ਜਾਣ ਵਾਸਤੇ ਤਰਲਾ ਕਰਨ ਲੱਗੀ। ਸੰਤ ਜੀ ਦੇ ਮੂੰਹੋਂ ਪੁੱਤਰ ਜੀ ਨਿਕਲ ਆਇਆ। ਉਸਨੇ ਦੋਵੇਂ ਹੱਥ ਜੋੜ ਕੇ ਆਖਿਆ, ਹੇ ਗੁਰਦੇਵ, ਮੈਂ ਪਾਪਣ ਹਾਂ, ਲੋਕ ਮੈਨੂੰ ਗਣਕਾ ਆਖਦੇ ਨੇ। ਨਾਮ ਮੇਰਾ ਭਾਵੇਂ ਚੰਦਰਮਣੀ ਹੈ, ਪਰ ਮੈਨੂੰ ਲੋਕ ਵੇਸਵਾ ਆਖਦੇ ਨੇ। ਇਸਤਰੀ ਦਾ ਧਰਮ ਹੈ ਪਤੀ ਦੀ ਸੇਵਾ ਕਰਨਾ, ਮੈਂ ਮਰਦ ਦੀ ਸੇਵਾ ਕੀਤੀ ਹੈ। ਪਰ ਪਾਪ ਤੇ ਲੁੱਟਣ ਦੇ ਵਿਚਾਰ ਨਾਲ ਸੈਂਕੜੇ ਮਰਦ ਮੇਰੇ ਕੋਲ ਆਏ। ਸੈਂਕੜਿਆਂ ਨੂੰ ਆਪਣਾ ਕਿਹਾ, ਉਹਨਾਂ ਮੈਨੂੰ ਪਿਆਰੀ ਆਖਿਆ, ਪਰ ਨਾ ਉਹ ਮੇਰੇ ਸਨ ਤੇ ਨਾ ਮੈਂ ਉਹਨਾਂ ਦੀ ਸੀ। ਉਹ ਮੇਰੀ ਜਵਾਨੀ ਦੇ ਉੱਪਰ ਰਿੱਝੇ ਹੋਏ ਸੀ। ਸੰਤ ਜੀ, ਮੈਨੂੰ ਕਈ ਸਾਲ ਹੋ ਗਏ ਨੇ ਪਾਪ ਕਮਾਉਂਦੀ ਨੂੰ। ਲੋਕੀ ਮੇਰੀ ਸੁੰਦਰਤਾ ਦੇ ਭੁੱਖੇ ਸਨ ਤੇ ਮੈਂ ਉਹਨਾਂ ਦੀ ਦੌਲਤ ਦੀ ਭੁੱਖੀ ਸੀ। ਉਹਨਾਂ ਕੋਲ ਜਦੋਂ ਦੌਲਤ ਮੁੱਕ ਜਾਂਦੀ, ਮੈਂ ਉਹਨਾਂ ਨੂੰ ਆਪਣੀਆਂ ਬੈਠਕ ਦੀਆਂ ਪੌੜੀਆਂ ਵੱਲ ਵੀ ਨਾ ਚੜ੍ਹਨ ਦਿੰਦੀ। ਮੈਂ ਮਹਾਪਾਪਣ ਹਾਂ। ਜਦੋਂ ਮੈਂ ਇਸਤਰੀ ਹੋ ਕੇ ਇੱਕ ਪਤੀ ਦੀ ਸੇਵਾ ਨਹੀਂ ਕੀਤੀ, ਕੋਈ ਨੇਕ ਕਰਮ ਨਹੀਂ ਕੀਤਾ, ਰਾਮ ਨਾਮ ਦਾ ਸਿਮਰਨ ਨਹੀਂ ਕੀਤਾ, ਤਾਂ ਮੈਂ ਪੁੱਛਦੀ ਹਾਂ ਮੇਰਾ ਉਧਾਰ ਕਿਵੇਂ ਹੋਵੇਗਾ। ਮਹਾਤਮ ਲੋਕ ਕਿਸੇ ਦੀ ਨੇਕੀ ਕੀਤੀ ਨਹੀਂ ਭੁੱਲਦੇ ਨੇ, ਉਹ ਨੇਕੀ ਦਾ ਫਲ ਜ਼ਰੂਰ ਦਿੰਦੇ ਨੇ। ਕਿਉਂਕਿ ਗਣਕਾ ਚੰਦਰਮਣੀ ਨੇ ਮਹਾਤਮ ਜੀਵਨ ਪ੍ਰਕਾਸ਼ ਤੇ ਗੰਗਾ ਰਾਮ ਤੋਤੇ ਦੀ ਜਾਨ ਬਚਾਈ ਸੀ। ਉਹਨਾਂ ਨੂੰ 2 ਪੈਰ ਸੁੱਖ ਤੇ ਭੋਜਨ ਦਿੱਤਾ ਸੀ। ਉਹ ਹੁਣ ਭਲਾ ਉਹਦੇ ਸਵਾਲ ਨੂੰ ਕਿਉਂ ਨਾ ਸੁਣਦੇ। ਮਹਾਤਮਾ ਜੀ ਸੋਚੀ ਪੈ ਗਏ। ਕੁਝ ਸਮੇਂ ਵਾਸਤੇ ਉਹਨਾਂ ਨੇ ਆਪਣੇ ਨੇਤਰ ਮੀਟ ਲਏ। ਹੁਣ ਪੂਰਬਲਾ ਭਾਗ ਵੇਸਵਾ ਦਾ ਦੇਖ ਲਿਆ ਕਿ ਚੰਦਰਮਣੀ ਭਗਤੀ ਵਾਲੀ ਆਤਮਾ ਹੈ। ਪਿਛਲਾ ਜਨਮ ਤੱਕਿਆ ਕਿ ਇਹ ਤੇ ਸਾਧੂ ਦੀ ਲੜਕੀ ਹੈ। ਇਸ ਡੇਰੇ ਵਿੱਚ ਹੁਕਮ ਸੀ ਪਿਤਾ ਦਾ ਕਿ ਬੇਟੀ ਕੋਈ ਵੀ ਆਵੇ, ਉਹਨੂੰ ਕਿਸੇ ਤਰ੍ਹਾਂ ਦੀ ਦੁੱਖ ਤਕਲੀਫ ਹੋਵੇ, ਉਹਦੀ ਦੁੱਖ ਤਕਲੀਫ ਆਪਣੀ ਸਮਝਣੀ। ਸੰਤਨ ਦੁੱਖ ਪਾਏ ਤੇ ਦੁਖੀ, ਸੁਖ ਪਾਏ ਸਾਧਨ ਕੇ ਸੁਖੀ। ਸੰਤ ਮਹਾਪੁਰਸ਼ ਕਿਸੇ ਦਾ ਦੁੱਖ ਨਹੀਂ ਸਹਾਰ ਸਕਦੇ ਨੇ, ਆਪ ਦੁਖੀ ਹੋ ਜਾਂਦੇ ਨੇ ਜਿਹੜੇ ਪੂਰੇ ਸੰਤ ਨੇ।
ਇਸ ਡੇਰੇ ਦੀ ਮਰਿਆਦਾ ਸੀ, ਮਹਾਂਪੁਰਸ਼ਾਂ ਦਾ ਹੁਕਮ ਸੀ, ਕੋਈ ਦੁਖੀ ਬੰਦਾ ਆਵੇ ਉਹਨੂੰ ਆਪਣਾ ਦੁੱਖ ਸਮਝ ਕੇ ਉਹਦੇ ਨਾਲ ਦੁੱਖ ਸਾਂਝਾ ਕਰਨਾ ਹੈ, ਉਹਨੂੰ ਸੁੱਖ ਦੇਣਾ ਹੈ। ਇਸ ਡੇਰੇ ਵਿੱਚ ਇੱਕ ਨੌਜਵਾਨ ਬੱਚਾ ਆ ਗਿਆ, ਬਿਮਾਰ ਦਿਸਦਾ ਹੈ, ਆ ਕੇ ਡੇਰੇ 'ਚ ਲੰਮੇ ਪੈ ਗਿਆ। ਸਾਧੂ ਸੰਤ ਜੀ ਕਿਤੇ ਡੇਰੇ ਤੋਂ ਬਾਹਰ ਗਏ ਹੋਏ ਨੇ। ਇਸ ਡੇਰੇ ਵਿੱਚ ਰਹਿਣ ਵਾਲੇ ਵੇਦਾਂ ਨੇ ਦੇਖਿਆ ਕਿ ਬੇਟੀ, ਇਸ ਨੂੰ ਕੋਈ ਰੋਗ ਲੱਗਦਾ ਹੈ, ਪਰ ਰੋਗ ਦਾ ਇੱਕ ਇਲਾਜ ਹੈ ਕਿ ਕੋਈ ਇਸਤਰੀ ਆਪਣੇ ਸਰੀਰ ਦਾ ਨਿੱਘ ਇਸ ਨੂੰ ਦੇਵੇ। ਇਹ ਕਰਮ ਕਰਨਾ ਪਏਗਾ ਤੇ ਇਸ ਨੌਜਵਾਨ ਦੀ ਜਾਨ ਬਚ ਜਾਏਗੀ। ਹੁਣ ਮਹਾਂਪੁਰਸ਼ਾਂ ਦਾ ਹੁਕਮ ਸੀ, ਜਿਹੜੇ ਪਿਤਾ ਰੂਪ ਸੀ, ਕਿ ਬੇਟੀ ਕੋਈ ਕਿਸੇ ਪ੍ਰਕਾਰ ਦਾ ਦੁੱਖ ਲੈ ਕੇ ਆਏ, ਉਹਦਾ ਦੁੱਖ ਆਪਣਾ ਦੁੱਖ ਸਮਝਣਾ ਹੈ। ਇਸ ਨੌਜਵਾਨ ਨੂੰ ਕੁਟੀਆ 'ਚ ਪਾਇਆ, ਆਪਣੇ ਸਰੀਰ ਦੀ ਗਰਮੈਸ਼ ਦੇਣ ਵਾਸਤੇ ਬਸਤਰ ਉਤਾਰ ਲਏ। ਇਸ ਬੇਟੀ ਨੇ ਉਸ ਬੱਚੇ ਦੀ ਜਾਨ ਬਚਾਈ। ਇੰਨੇ ਨੂੰ ਸਾਧੂ ਜੀ ਆਪਣੀ ਕੁਟੀਆ 'ਚ ਆ ਗਏ। ਕੀ ਦੇਖਦੇ ਨੇ ਕਿ ਅੰਦਰ ਨੰਗੇਜ ਹਾਲਤ ਵਿੱਚ ਉਹਨਾਂ ਦੀ ਧੀ ਤੇ ਕੋਈ ਪਰਾਇਆ ਨੌਜਵਾਨ ਬੱਚਾ ਹੈ। ਜਦੋਂ ਇਹ ਹਾਲਤ ਦੇਖੀ ਤਾਂ ਸ਼ਰਮ ਆਈ। ਉਸੇ ਸਮੇਂ ਰਸਨਾ ਤੋਂ ਸਰਾਪ ਦੇ ਦਿੱਤਾ, ਜਾ ਤੂੰ ਅਗਲੇ ਜਨਮ ਵਿੱਚ ਵੇਸਵਾ ਹੋਏਂਗੀ ਤੇ ਇਹ ਬੱਚਾ ਤੋਤੇ ਦੇ ਪੰਛੀ ਵਿੱਚ ਹੋਵੇਗਾ। ਤੂੰ ਵੇਸਵਾ ਵਾਲਾ ਕਰਮ ਕੀਤਾ ਹੈ, ਤੂੰ ਗਣਕਾ ਵਾਲਾ ਕਰਮ ਕੀਤਾ ਹੈ। ਬੇਟੀ ਨੇ ਬਸਤਰ ਪਾਏ, ਹੱਥ ਜੋੜੇ, ਪਿਤਾ ਜੀ ਆਪ ਜੀਆਂ ਦਾ ਹੁਕਮ ਸੀ। ਇਹਨਾਂ ਵੈਦਾਂ ਨੇ ਕਿਹਾ ਕਿ ਬੱਚੇ ਦੀ ਜਾਨ ਬਚਾਉਣੀ ਹੈ। ਤੁਸੀਂ ਆਖਦੇ ਸੀ ਜਿਹੜਾ ਕੋਈ ਦੁਖੀ ਆਵੇ ਉਹਨੂੰ ਉਹਦਾ ਦੁੱਖ ਆਪਣਾ ਸਮਝ ਲੈਣਾ ਹੈ। ਵੈਦਾਂ ਨੇ ਵੀ ਕਿਹਾ, ਸਾਧੂ ਜੀ ਇਹ ਬੱਚੇ ਦੀ ਜਾਨ ਇਸ ਬੱਚੀ ਕਰਕੇ ਬਚੀ ਹੈ। ਸੰਤ ਜੀ ਸੋਚਣ ਲੱਗੇ, ਇਹਦੇ ਵਿੱਚ ਮੇਰੀ ਬੱਚੀ ਦਾ ਕੋਈ ਕਸੂਰ ਨਹੀਂ। ਆਖਣ ਲੱਗੇ, ਹੁਣ ਤੈਨੂੰ ਅਗਲਾ ਜਨਮ ਵੇਸਵਾ ਦਾ ਭੋਗਣਾ ਪਵੇਗਾ, ਪਰ ਜਿਸ ਬੱਚੇ ਦੀ ਤੂੰ ਜਾਨ ਬਚਾਈ ਹੈ, ਇਹ ਬੱਚੇ ਕਰਕੇ ਤੇਰਾ ਪਾਰ ਉਤਾਰਾ ਹੋ ਜਾਵੇਗਾ, ਕਿਉਂਕਿ ਇਹਨੂੰ ਅਗਲਾ ਜਨਮ ਤੋਤੇ ਪੰਛੀ ਦਾ ਮਿਲਣਾ ਹੈ। ਸੰਤ ਜੀ ਨੇ ਜਦੋਂ ਨੇਤਰ ਖੋਲੇ ਤੇ ਦੇਖਿਆ ਇਹ ਬੇਟੀ ਦੀ ਭਗਤੀ ਬੜੀ ਹੈ। ਚੰਦਰਮਣੀ ਦੀ ਭਗਤੀ ਬਹੁਤ ਜ਼ਿਆਦਾ ਹੈ, ਕਿਉਂਕਿ ਇੱਕ ਸਾਧੂ ਦੀ ਧੀ ਹੈ ਤੇ ਸਾਧੂ ਦੀ ਧੀ ਹੋਣ ਕਰਕੇ ਦਿਨ ਰਾਤ ਨਾਮ ਜਪਦੀ ਸੀ। ਅੱਜ ਪੂਰਬਲਾ ਭਾਗ ਇਸ ਚੰਦਰਮਣੀ ਦਾ ਜਾਗ ਗਿਆ। ਮਹਾਤਮ ਜੀ ਚੋਖਾ ਚਿਰ ਸੋਚਣ ਪਿੱਛੋਂ ਕਹਿਣ ਲੱਗੇ, ਪੁੱਤਰੀ ਇਸ ਮਾਇਆਵਾਦੀ ਸੰਸਾਰ ਵਿੱਚ ਰਹਿੰਦਿਆਂ ਹੋਇਆਂ ਜੀਵ ਕੋਲੋਂ ਪਾਪ ਜ਼ਰੂਰ ਹੋ ਜਾਂਦੇ ਨੇ, ਪਰ ਜੇ ਉਹ ਪਾਪਾਂ ਨੂੰ ਪਾਪ ਸਮਝ ਲਵੇ ਤਾਂ ਉਹਦਾ ਉਧਾਰ ਦਾ ਕੋਈ ਵਸੀਲਾ ਜ਼ਰੂਰ ਮਿਲ ਜਾਂਦਾ ਹੈ, ਕਿਉਂਕਿ ਤੇਰੇ ਸੁੱਤੀ ਹੋਈ ਆਤਮਾ ਜਾਗ ਪਈ ਹੈ। ਹੁਣ ਪਾਪਾਂ ਦੀ ਮੈਲ ਧੋ ਸਕਦੀ ਹੈ। ਇਹ ਪਾਪਾਂ ਦੀ ਮੈਲ ਨਾਮ ਰੂਪੀ ਸਾਬਣ ਨਾਲ ਧੁੱਪਦੀ ਹੈ। ਇਸ ਵਾਸਤੇ ਮੈਂ ਤੈਨੂੰ ਆਪਣਾ ਇਹ ਪੰਛੀ ਤੋਤਾ ਦੇ ਕੇ ਜਾਂਦਾ ਹਾਂ। ਇਸ ਪੰਛੀ ਗੰਗਾ ਰਾਮ ਨੂੰ ਤੂੰ ਰੋਜ਼ ਨਾਮ ਜਪਾਉਣਾ ਹੈ। ਰੋਜ਼ ਸਵੇਰੇ ਉੱਠ ਕੇ ਇਸ਼ਨਾਨ ਕਰਕੇ ਇਹਨੂੰ ਚੂਰੀ ਖਵਾਉਣ ਤੋਂ ਪਹਿਲਾਂ ਪਰਮਾਤਮਾ ਦਾ ਸਿਮਰਨ ਕਰਾਉਣਾ ਹੈ। ਤੇਰੇ ਸਾਰੇ ਪਾਪ ਖੰਡਨ ਹੋ ਜਾਣਗੇ, ਅਮਰ ਹੋ ਜਾਵੇਂਗੇ। ਇਹ ਆ ਕੇ ਮਹਾਤਮਾ ਨੇ ਪੰਛੀ ਤੋਤੇ ਦਾ ਪਿੰਜਰਾ ਚੰਦਰਮਣੀ ਦੇ ਹੱਥ 'ਚ ਫੜਾ ਦਿੱਤਾ। ਸੰਤ ਜੀ ਚਲੇ ਗਏ। ਹੁਣ ਚੰਦਰਮਣੀ ਰੋਜ਼ ਅੰਮ੍ਰਿਤ ਵੇਲੇ ਉੱਠਦੀ ਹੈ, ਇਸ਼ਨਾਨ ਕਰਦੀ ਹੈ। ਪੰਛੀ ਗੰਗਾ ਰਾਮ ਨੂੰ ਚੂਰੀ ਖਵਾਉਣ ਤੋਂ ਪਹਿਲਾਂ ਆਖਦੀ, ਗੰਗਾ ਰਾਮ ਬੋਲ ਰਾਮ ਰਾਮ। ਪੰਛੀ ਗੰਗਾ ਰਾਮ 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 ਬੋਲਦਾ ਹੈ। ਪਾਪ ਪੁੰਨ ਕਰਨ ਵਾਲਾ ਮਨ ਹੈ, ਜਿੱਧਰ ਲੱਗ ਜਾਵੇ ਉਧਰ ਦੇ ਬੇੜੇ ਤਾਰ ਦਿੰਦਾ ਹੈ। ਮਨ ਉਲਟ ਹੈ, ਮਨ ਉਲਟਣ ਦੇ ਨਾਲ ਕਰਮ ਵੀ ਉਲਟ ਗਿਆ। ਸਵੇਰੇ ਉੱਠ ਕੇ ਚੰਦਰਮਣੀ ਇਸ਼ਨਾਨ ਕਰਦੀ ਹੈ। ਇਸ਼ਨਾਨ ਕਰਕੇ ਚੋਖਾ ਚਿਰ ਗੰਗਾ ਰਾਮ ਤੋਤੇ ਨੂੰ ਰਾਮ ਨਾਮ ਜਪਾਉਂਦੀ ਹੈ। ਹੌਲੀ ਹੌਲੀ ਉਸ ਦਾ ਮਨ ਇਸ ਗੰਗਾ ਰਾਮ ਨਾਲ ਭਿੱਜ ਗਿਆ। ਜਦੋਂ ਵੇਲ ਮਿਲਦੀ ਤਦੋਂ ਹੀ ਗੰਗਾ ਰਾਮ ਕੋਲ ਆ ਕੇ ਬੈਠਦੀ ਤੇ ਆਖਦੀ, ਗੰਗਾ ਰਾਮ ਬੋਲ ਰਾਮ ਰਾਮ, ਗੰਗਾ ਰਾਮ ਬੋਲ ਰਾਮ ਰਾਮ। ਇਸ ਧੁਨ ਵਿੱਚ ਮਗਨ ਹੋ ਜਾਂਦੀ।
ਮਗਨ ਵੀ ਐਸੀ ਹੁੰਦੀ ਕਿ ਖਾਣਾ ਪੀਣਾ ਤੇ ਸ਼ਿੰਗਾਰ ਕਰਨਾ ਵੀ ਭੁੱਲ ਜਾਂਦੀ। ਹੌਲੀ ਹੌਲੀ ਉਹ ਸਮਾਂ ਆ ਗਿਆ ਜਦੋਂ ਗਣਕਾ ਚੰਦਰਮਣੀ ਆਪਣੇ ਗਾਹਕ ਦੇ ਸਮੇਂ ਵੀ ਉਸ ਪੰਛੀ ਗੰਗਾ ਰਾਮ ਨੂੰ ਰਾਮ ਰਾਮ ਜਪਾਉਣ ਵਿੱਚ ਰੁੱਝੀ ਰਹਿੰਦੀ। ਪਾਪ ਕਰਮ ਘਟਦਾ ਸਦਾ ਵਾਸਤੇ ਘਟ ਗਿਆ, ਲਾਲ ਰੰਗ ਤਿਸਕੋ ਲੱਗਾ। ਜਿਸ ਕੇ ਵਡ ਭਾਗਾ ਮੈਲਾ ਕਦੇ ਨਾ ਹੋਵਈ, ਨਾ ਲੱਗੈ ਦਾਗਾ। ਪਾਪ ਕਰਮ ਵਿੱਚ ਸਹਾਇਤਾ ਕਰਨ ਵਾਲੀਆਂ ਦਾਸੀਆਂ ਨੂੰ ਵਿਦਾ ਕਰ ਦਿੱਤਾ। ਹਾਰ ਸ਼ਿੰਗਾਰ ਦੇ ਸਮਾਨ ਨੂੰ ਉੱਕਾ ਹੀ ਖਰੀਦਿਆ ਨਹੀਂ, ਸਧਾਰਨ ਇਸਤਰੀਆਂ ਵਾਂਗ ਸਾਦਗੀ ਵਿੱਚ ਜੀਵਨ ਬਤੀਤ ਕਰਨ ਲੱਗ ਪਈ। ਗਾਹਕ ਆਉਣੇ ਬੰਦ ਹੋ ਗਏ। ਰਾਤ ਦਿਨੋਂ ਇੱਕੋ ਇੱਕ ਲੱਗਣ ਲੱਗ ਗਈ, ਬੋਲ ਗੰਗਾ ਰਾਮ 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 ਰਾਮ। ਆਪ ਸਮਾਧੀ ਲਾ ਕੇ ਰਾਮ 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 ਦਾ ਜਾਪ ਕਰਨ ਲੱਗ ਪਈ। ਉਹਦੇ ਸਵਾਸ ਨਾਲ ਰਾਮ ਰਾਮ ਦੀ ਧੁਨ ਉਪਜਣ ਲੱਗੀ। ਰਾਮ ਨਾਮ ਉਹਦੇ ਮਨ ਦੀ ਮੈਲ ਨੂੰ ਧੋ ਕੇ ਮਨ ਸ਼ੀਸ਼ੇ ਵਾਂਗ ਨਿਰਮਲ ਕਰ ਦਿੱਤਾ। ਜਦੋਂ ਭਗਵਾਨ ਨੇ ਸਮਝਿਆ ਕਿ ਹੁਣ ਚੰਦਰਮਣੀ ਗਣਕਾ ਨਹੀਂ ਰਹੀ, ਹੁਣ ਸੱਚਮੁੱਚ ਚੰਦਰਮਣੀ ਚੰਦਰਮਾ ਬਣ ਚੁੱਕੀ ਹੈ, ਸ਼ੁੱਧ ਹੋ ਚੁੱਕੀ ਹੈ, ਸੀਤਲ ਹੋ ਗਈ ਹੈ। ਭਗਵਾਨ ਨੇ ਆਪਣੇ ਦਰਬਾਰ ਵਿੱਚ ਚੰਦਰਮਣੀ ਨੂੰ ਲਿਜਾਣ ਵਾਸਤੇ ਖੇਲ ਰਚ ਲਿਆ। ਉਹ ਖੇਲ ਇਹ ਸੀ ਕਿ ਇੱਕ ਰਾਤ ਨੂੰ ਸੱਪ ਦਾ ਰੂਪ ਧਾਰ ਕੇ ਭਗਵਾਨ ਦਾ ਦੂਤ ਆਇਆ। ਪਹਿਲਾਂ ਉਸਨੇ ਉਸ ਗੰਗਾ ਰਾਮ ਪੰਛੀ ਤੋਤੇ ਨੂੰ ਮਾਰਿਆ, ਉਸ ਦੀ ਰੂਹ ਨੂੰ 5 ਭੂਤਕ ਸਰੀਰ ਵਿੱਚੋਂ ਆਜ਼ਾਦ ਕੀਤਾ। ਦੂਰ ਨਹੀਂ ਗਿਆ, ਪਿੰਜਰੇ ਵਿੱਚ ਹੀ ਬੈਠਾ ਰਿਹਾ। ਚੰਦਰਮਣੀ ਨਿਤਨੇਮ ਅਨੁਸਾਰ ਤੜਕੇ ਉੱਠੀ, ਇਸ਼ਨਾਨ ਕੀਤਾ ਤੇ ਤੋਤੇ ਗੰਗਾ ਰਾਮ ਨੂੰ ਇਸ਼ਨਾਨ ਕਰਾਉਣ ਵਾਸਤੇ ਪੁਕਾਰਿਆ ਤੇ ਸਭ ਤੋਂ ਪਹਿਲਾਂ ਆਖਿਆ, ਗੰਗਾ ਰਾਮ ਬੋਲ ਰਾਮ ਰਾਮ। ਪਰ ਕੋਈ ਅੱਗੋਂ ਉੱਤਰ ਨਾ ਆਇਆ। 4-5 ਵਾਰ ਬੁਲਾਉਣ ਤੇ ਵੀ ਕੋਈ ਨਾ ਬੋਲਿਆ। ਦੇਖਿਆ ਤਾਂ ਪਿੰਜਰੇ ਦਾ ਬੂਹਾ ਖੁੱਲਾ ਸੀ। ਹੱਥ ਅੱਗੇ ਵਧਾ ਕੇ ਸੁੱਤੇ ਹੋਏ ਨੂੰ ਥਾਪੜ ਕੇ ਜਗਾਉਣ ਦਾ ਚੰਦਰਮਣੀ ਨੇ ਯਤਨ ਕਰਨ ਲੱਗੀ। ਅਜੇ ਪਹਿਲੀ ਪਟੋਕੀ ਮਾਰੀ ਸੀ ਕਿ ਸੱਪ ਰੂਪ ਦੂਤ ਨੇ ਗਣਕਾ ਨੂੰ ਡੰਗ ਲਿਆ। ਇਹੋ ਜਿਹਾ ਡੰਗ ਮਾਰਿਆ ਕਿ ਉਸ ਗਣਕਾ ਚੰਦਰਮਣੀ ਦੀ ਰਸਨਾ ਤੋਂ ਰਾਮ ਰਾਮ ਨਿਕਲਿਆ। ਇਉਂ ਰਾਮ ਰਾਮ ਕਰਦੀ ਨੇ ਦਮ ਤੋੜ ਦਿੱਤਾ। ਅੰਤ ਕਾਲ ਨਾਰਾਇਣ ਸਿਮਰੈ, ਐਸੀ ਚਿੰਤਾ ਮਹਿਜੇ ਮਰੈ। ਬਦਤ ਤਿਲੋਚਨ ਤੇ ਨਰ ਮੁਕਤਾ, ਪਿਤੰਬਰ ਬਾਕੈ ਹਿਰਦੇ ਵਸੈ। ਬਸ ਸਰੀਰ ਵਿੱਚੋਂ ਆਤਮਾ ਅੱਡ ਹੋਣ ਦੀ ਦੇਰ ਸੀ। ਉਸੇ ਵੇਲੇ ਭਗਵਾਨ ਵੱਲੋਂ ਵਿਬਾਨ ਆਇਆ। ਗੁਲਾਬ ਤੇ ਕਲੀਆਂ ਦੇ ਫੁੱਲਾਂ ਦੀਆਂ ਪੱਤੀਆਂ ਵਾਲੇ ਆਸਣ ਉੱਤੇ ਚੰਦਰਮਣੀ ਦੀ ਆਤਮਾ ਨੂੰ ਬਿਠਾ ਲਿਆ। ਦੇਵਤੇ ਭਗਵਾਨ ਦੇ ਚਰਨਾਂ ਵਿੱਚ ਲੈ ਗਏ। ਉਸ ਦਾ ਜਨਮ ਮਰਨ ਗੇੜ ਟੁੱਟ ਗਿਆ। ਸਦੀਵ ਕਾਲ ਵਾਸਤੇ ਚੰਦਰਮਣੀ ਸਵਰਗਾਂ ਵਿੱਚ ਰਹਿਣ ਲੱਗ ਪਈ। ਭਾਈ ਗੁਰਦਾਸ ਜੀ ਬਚਨ ਕਰਦੇ ਨੇ, ਗਣਕਾ ਪਾਪਣ ਹੋਏ ਕੈ, ਪਾਪਾਂ ਦਾ ਗਲਹਾਰ ਪਰੋਤਾ। ਮਹਾਪੁਰਖ ਅਚਾਨਚਕ, ਗਣਕਾ ਵਾੜੇ ਆਏ ਖਲੋਤਾ। ਦੁਰਮਤ ਦੇਖ ਦਿਆਲ ਹੋਏ, ਹੱਥੋਂ ਉਸਨੂੰ ਦਿੱਤੌਨ ਤੋਤਾ। ਰਾਮ ਨਾਮ ਉਪਦੇਸ਼ ਕਰ, ਖੇਲ ਗਿਆ ਦੇ ਵਣਜ ਸੋਤਾ। ਲਿਵ ਲਾਗੀ ਤਿਸ ਤੋਤਿਓ, ਨਿਤ ਪੜਾਏ ਕਰੈ ਅਸੁੱਤਾ। ਪਤਤ ਉਦਾਹਰਨ ਰਾਮ ਨਾਮ, ਦੁਰਮਤ ਪਾਪ ਕਲੇ ਵਰਤ ਹੁਤਾ। ਅੰਤ ਕਾਲ ਜਮ ਜਾਲ ਤੋੜ ਨਰਕੈ, ਵਿੱਚ ਨਾ ਖਾਦ ਸਗੋਤਾ। ਗਈ ਬੈਕੁੰਠ ਬਿਬਾਨ ਚੜ, ਨਾਉ ਨਰਾਇਣ ਛੋਤ ਅਛੋਤਾ। ਥਾਉ ਨਿਥਾਵੇਂ ਮਾਨ ਮਨੋਤਾ। ਜਿਹੜੇ ਪਰਮਾਤਮਾ ਦਾ ਸਿਮਰਨ ਕਰਦੇ ਨੇ, ਜਿਹੜੇ ਪਰਮਾਤਮਾ ਦੀ ਭਗਤੀ ਕਰਦੇ ਨੇ, ਪਾਪੀ ਹੁੰਦਿਆਂ ਵੀ ਉਹ ਜਗਤ ਵਿੱਚ ਮਾਣ ਹਾਸਲ ਕਰ ਲੈਂਦੇ ਨੇ। ਪਰ ਜਦੋਂ ਪੂਰਬਲਾ ਭਾਗ ਜਾਗਦਾ ਹੈ, ਪਰਾ ਪੂਰਬਲਾ ਅੰਕੁਰ ਜਾਗਿਆ। ਰਾਮ ਨਾਮ ਮਨ ਲੱਗਿਆ, ਮਨ ਤਨ ਹਰ ਦਰਸ ਸਮਾਵੈ। ਨਾਨਕ ਦਾਸ ਚੈ ਗੁਣ ਗਾਵੇ।